ਮੁੜ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਟਰੈਕਟਰ ਮਾਰਚ ਦੇ ਲਈ ਮੋਹਾਲੀ ਵਿੱਚ ਜੁਟ ਗਏ ਨੇ ਕਿਸਾਨਾਂ ਦਾ ਟਰੈਕਟਰ ਮਾਰਚ ਮੋਹਾਲੀ ਤੋਂ ਚੰਡੀਗੜ੍ਹ ਵੱਲ ਕੂਚ ਕਰੇਗਾ ਤੇ ਮੋਹਾਲੀ ਦੇ ਅਹਿਮ ਸਾਹਿਬ ਗੁਰਦੁਆਰੇ ਤੋਂ ਇਹ ਮਾਰਚ ਸ਼ੁਰੂ ਹੋਏਗਾ। ਇਸ ਵੇਲੇ ਦੀ ਅਹਿਮ ਖਬਰ ਦੱਸ ਰਹੇ ਹਾਂ। SKM ਦੇ ਬੈਨਰ ਦੇ ਥੱਲੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇਹ ਪ੍ਰਦਰਸ਼ਨ ਹੋ ਰਿਹਾ ਹੈ। BBMB ਦੇ ਨਿਯਮਾਂ ਵਿੱਚ ਤਰਮੀਮ ਜਿਹੜੀ ਕੀਤੀ ਗਈ ਹੈ ਉਸ ਦਾ ਵਿਰੋਧ ਕਰ ਰਹੇ ਨੇ ਕਿਸਾਨ। ਦੂਜੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਵੀ ਨਾਰਾਜ਼ਗੀ ਪ੍ਰਗਟਾ ਰਹੇ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਪੁਲਿਸ ਵੱਲੋਂ ਬਾਰਡਰ ਤੇ ਹੀ ਰੋਕਣ ਦੀ ਤਿਆਰੀ ਕੀਤੀ ਗਈ ਹੈ ਕਿਸਾਨਾਂ ਨੂੰ। ਸੋ ਕਿਸਾਨ ਵਜਿਦ ਨੇ ਕਿ ਉਹ ਮਾਰਚ ਕੱਢਣਗੇ, ਟਰੈਕਟਰ ਮਾਰਚ ਕੱਢਣਗੇ। ਮੋਹਾਲੀ ਦੇ ਗੁਰਦੁਆਰਾ ਆਮ ਸਾਹਿਬ ਤੋਂ ਇਹ ਮਾਰਚ ਸ਼ੁਰੂ ਹੋਣਾ ਹੈ, ਜਿਸ ਦੇ ਲਈ ਵੱਖ-ਵੱਖ ਥਾਵਾਂ ਤੋਂ ਕਿਸਾਨ ਰਵਾਨਾ ਵੀ ਹੋਏ ਨੇ। ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਨੇ ਚਾਲੇ ਪਾਏ ਨੇ ਮੋਹਾਲੀ ਦੇ ਵੱਲ ਤੇ ਮੋਹਾਲੀ ਪਹੁੰਚ ਕੇ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋਵੇਗਾ। ਕਿਸਾਨਾਂ ਦੇ ਟਰੈਕਟਰ ਮਾਰਚ ਦੀ ਮੰਜ਼ਿਲ ਜਿਹੜੀ ਹੈ ਉਸ ਮੰਜ਼ਿਲ ਵੱਲ ਕਿਸਾਨ ਵਧਣਗੇ ਤੇ ਕਿਸਾਨਾਂ ਨੂੰ ਰੋਕਣ ਲਈ ਇੰਤਜ਼ਾਮ ਵੀ ਕੀਤੇ ਗਏ ਨੇ। ਮੇਰੇ ਸਹਿਯੋਗੀ ਨਪਿੰਦਰ ਇਸ ਵੇਲੇ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਜੁੜ ਰਹੇ ਨੇ। ਨਪਿੰਦਰ, ਕਿਸ ਤਰੀਕੇ ਦੀ ਤਸਵੀਰ ਨਜ਼ਰ ਆ ਰਹੀ ਹੈ? देखो बिल्कुल इस ਵੇਲੇ ਅਸੀਂ ਮੋਹਾਲੀ ਦੇ YPS ਚੌਂਕ ਦੇ ਵਿੱਚ ਮੌਜੂਦ ਹਾਂ ਔਰ ਇਸੇ ਚੌਂਕ ਤੋਂ ਅੱਗੇ ਜਿਹੜੀ ਇਹ ਰੋਡ ਜਾਂਦੀ ਹੈ ਚੰਡੀਗੜ੍ਹ ਵਾਲੇ ਪਾਸੇ ਨੂੰ, ਇਹ ਚੰਡੀਗੜ੍ਹ ਔਰ ਪੰਜਾਬ ਦਾ ਮੋਹਾਲੀ ਦਾ ਬਾਰਡਰ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਕਿਸ ਤਰ੍ਹਾਂ ਇੱਥੇ ਪ੍ਰਬੰਧ ਕੀਤੇ ਗਏ ਨੇ। ਦੇਖੋ ਬੜੀ ਸਖਤ ਬੈਰੀਕੇਡਿੰਗ ਬਿਲਕੁਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਅੱਗੇ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਕਿ ਟਿੱਪਰ ਖੜੇ ਕੀਤੇ ਗਏ ਨੇ, ਵਾਟਰ ਕੈਨਨ ਖੜਾ ਕੀਤਾ ਗਿਆ ਹੈ ਤਾਂ ਕਿ ਅਗਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਇੱਥੇ ਅੱਗੇ ਜਾਣ ਤੋਂ ਰੋਕਿਆ ਜਾਵੇ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਨੇ। SP ਤੱਕ ਜਿਹੜੇ ਨੇ ਖੁਦ ਇਸ ਪੂਰਾ ਏਰੀਆ ਦੇ ਵਿੱਚ ਜਿਹੜਾ ਨਜ਼ਰਸਾਨੀ ਕਰ ਰਹੇ ਨੇ, ਖੁਦ ਦੇਖ ਰਹੇ ਨੇ, ਕਿਉਂਕਿ ਕਈ ਵਾਰ ਇਸ ਤੋਂ ਪਹਿਲਾਂ ਜਦੋਂ ਕਿਸਾਨਾਂ ਦੇ ਪ੍ਰੋਟੈਸਟ ਹੋਏ ਨੇ ਤਾਂ ਉਹ ਤਸਵੀਰਾਂ ਸਾਹਮਣੇ ਦੇਖੀਆਂ ਨੇ ਕਿ ਵੱਡੀ ਗਿਣਤੀ ਕਿਸਾਨ ਜਿਸ ਵੇਲੇ ਦਿੱਲੀ ਵੱਲ ਕੂਚ ਕੀਤਾ ਤਾਂ ਸ਼ਾਇਦ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਮੋਹਾਲੀ ਪੁਲਿਸ ਜਾਂ ਉਧਰ ਚੰਡੀਗੜ੍ਹ ਪੁਲਿਸ ਨਹੀਂ ਚਾਹੁੰਦੀ ਕਿ ਕਿਸੇ ਕਿਸਮ ਦੀ ਚੂਕ ਕੀਤੀ ਜਾਵੇ। ਔਰ ਕਿਉਂਕਿ ਇੱਥੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮੇਰੇ ਸੱਜੇ ਪਾਸੇ ਜਿਹੜੀ ਰੋਡ ਜਾਂਦੀ ਹੈ ਇਹ ਗੁਰਦੁਆਰਾ ਅੰਬ ਸਾਹਿਬ ਨੂੰ ਜਾਂਦੀ ਆ ਔਰ ਇਹ YPS ਚੌਂਕ ਹੈ। ਇਹ YPS ਚੌਂਕ ਔਰ ਇਸ ਚੌਂਕ ਤੋਂ ਅੱਗੇ ਗੁਰਦੁਆਰਾ ਅੰਬ ਸਾਹਿਬ ਨੂੰ ਰਸਤਾ ਜਾਂਦਾ ਜਿੱਥੇ ਕਿਸਾਨ ਇਕੱਠੇ ਹੋ ਰਹੇ ਨੇ। ਉੱਥੋਂ ਇਕੱਠੇ ਹੋ ਕੇ ਇਸੇ ਰੋਡ ਤੋਂ ਇਸੇ ਚੌਂਕ ਦੇ ਜ਼ਰੀਏ ਕਿਸਾਨਾਂ ਨੇ ਜਿਹੜਾ ਚੰਡੀਗੜ੍ਹ ਵੱਲ ਕੂਚ ਕਰਨਾ ਔਰ ਚੰਡੀਗੜ੍ਹ ਦੇ ਪੰਜਾਬ ਦੇ ਗਵਰਨਰ ਹਾਊਸ ਦੇ ਵੱਲ ਕੂਚ ਕਰਨ ਦੀ ਜਿਹੜੀ ਹੈਗੀ ਹੈ ਚੇਤਾਵਨੀ ਦਿੱਤੀ ਗਈ ਹੈ। ਔਰ ਸਾਫ਼ ਤੌਰ ਤੇ ਕਿਉਂਕਿ ਦੇਖੋ ਕਿਸਾਨਾਂ ਦੇ ਨੇ ਸਪਸ਼ਟ ਕੀਤਾ ਸੀ ਪਹਿਲੇ ਹੀ ਇੱਕ ਤਾਂ ਜਿਹੜੇ ਹਲੇ MSP ਨੂੰ ਲੈ ਕੇ ਕਮੇਟੀ ਹੈ ਜਿਹੜੀ ਉਹਦਾ ਗਠਨ ਨਹੀਂ ਹੋ ਪਾਇਆ। ਉਹ ਇੱਕ ਵੱਡਾ ਇਸ਼ੂ ਜਿਸ ਵੇਲੇ ਸੰਘਰਸ਼ ਖਤਮ ਕੀਤਾ ਗਿਆ ਸੀ ਦਿੱਲੀ ਦੇ ਬਾਰਡਰ ਤੋਂ ਤਾਂ ਉਹ ਇਸ਼ੂ ਉੱਥੇ ਹੀ ਪਿਆ। ਲਖੀਮਪੁਰ ਦਾ ਕੇਸ ਆ ਜਿਹੜਾ ਉਸ ਦੇ ਹਿਸਾਬ ਨੂੰ ਲੈ ਕੇ ਹਾਲੇ ਤੱਕ ਮਾਮਲਾ ਪੈਂਡਿੰਗ ਆ। ਉੱਤੋਂ BBMB ਦਾ ਮੈਟਰ ਹੈ ਜਿਹੜਾ ਉਹ ਸਾਹਮਣੇ ਆ ਗਿਆ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਜਿਹੜੀ ਦਿੱਤੀ ਹੈ ਕਿ ਆਪਣੇ ਜਿਹੜੇ ਤਾਂ MSP ਦਾ ਮਸਲਾ ਔਰ ਲਖੀਮਪੁਰ ਦਾ ਉਹਨਾਂ ਨੂੰ ਜਲਦੀ ਅੰਜਾਮ ਤੇ ਪਹੁੰਚਾਇਆ ਜਾਵੇ। ਔਰ BBMB ਦੇ ਮਸਲੇ ਤੇ ਕੇਂਦਰ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੇ। ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸਾਨਾਂ ਨੇ ਇੱਕ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਅੱਜ ਦੇ ਲਈ ਟਰੈਕਟਰ ਮਾਰਚ ਦੀ ਗੱਲ ਕੀਤੀ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇੱਥੇ ਕਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਹੈ। ਟ੍ਰਿਪਲ ਲੇਅਰ ਬੈਰੀਕੇਡਿੰਗ ਕਹਿ ਸਕਦੇ ਕੀਤੀ ਗਈ ਹੈ ਬਿਲਕੁਲ ਚੌਂਕ ਦੇ ਨਾਲ। ਇੱਕ ਉਸ ਤੋਂ ਅੱਗੇ ਔਰ ਉਸ ਤੋਂ ਅੱਗੇ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜੇ ਮਿੱਟੀ ਦੇ ਟਿੱਪਰ ਨੇ, ਵੱਡੇ ਟਿੱਪਰ ਉਹ ਭਰ ਕੇ ਦੋਨੋਂ ਪਾਸੇ ਰੋਡ ਦੋਨੋਂ ਪਾਸੇ ਬਲੌਕ ਕੀਤੀ ਗਈ। ਵਿਚਾਲੇ ਵਾਟਰ ਕੈਨਲ ਲਾਇਆ ਗਿਆ ਦੋਨੋਂ ਪਾਸੇ, ਆਉਣ ਵਾਲੇ ਪਾਸੇ ਵੀ ਜਾਣ ਵਾਲੇ ਪਾਸੇ ਵੀ। ਤਾਂ ਇਹ ਤਸਵੀਰਾਂ ਨੇ। ਤਾਂ ਹੁਣ ਕਿਸਾਨ ਦੇਖਦੇ ਆ, ਹਾਲਾਂਕਿ 11 ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ ਸਮਾਂ ਉੱਪਰ ਹੋ ਗਿਆ ਪਰ ਹਾਲੇ ਕਿਸਾਨ ਬਹੁਤੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਜਿਹੜੇ ਨੇ ਉਹ ਨਹੀਂ ਹੋਏ ਨੇ। ਤਾਂ ਦੇਖਦੇ ਆ ਕਿ ਕਦੋਂ ਤੱਕ ਕਿਸਾਨ ਇਕੱਠੇ ਹੁੰਦੇ ਨੇ, ਕਿੰਨੇ ਕੁ ਕਿਸਾਨ ਇਕੱਠੇ ਹੁੰਦੇ ਨੇ, ਕਿਉਂਕਿ ਕਿਸਾਨਾਂ ਦੇ ਇਕੱਠੇ ਹੋਣ ਦਾ ਵੀ ਇੱਕ ਕਿਤੇ ਨਾ ਕਿਤੇ ਜਿਹੜੀ ਦਿੱਕਤ ਆ ਰਹੀ ਆ ਕਿ ਕਿਸਾਨ ਵੀ ਵੰਡੇ ਗਏ। ਜਿਹੜੇ ਕਿਸਾਨ ਆਗੂਆਂ ਨੇ ਚੋਣ ਲੜੀ ਉਹਨਾਂ ਕਿਸਾਨ ਆਗੂਆਂ ਨੂੰ ਇਸ ਪ੍ਰੋਟੈਸਟ ਤੋਂ ਬਾਹਰ ਕਰ ਦਿੱਤਾ ਗਿਆ, ਪਾਸੇ ਕਰ ਦਿੱਤਾ ਗਿਆ। ਤਾਂ ਜਿਹਦੇ ਵਿੱਚ ਜਿਹੜੇ ਕਿਸਾਨਾਂ ਨੇ ਚੋਣ ਨਹੀਂ ਲੜੀ ਉਹ ਕਿਸਾਨ ਆਗੂ ਜਿਹੜੇ ਨੇ ਉਹ ਇਸ ਪ੍ਰੋਟੈਸਟ ਦਾ ਹਿੱਸਾ ਨੇ ਫਿਲਹਾਲ। ਔਰ ਅਜਿਹੇ ਦੇ ਵਿੱਚ ਸ਼ਾਇਦ ਅੱਜ ਕੋਈ ਵੱਡੀ ਗਿਣਤੀ ਅਗਰ ਨਜ਼ਰ ਨਹੀਂ ਆ ਰਹੀ ਤਾਂ ਸ਼ਾਇਦ ਉਸੇ ਦੇ ਚੱਲਦੇ ਆ ਕਿ ਕਿਸਾਨ ਵੀ ਡਿਵਾਈਡ ਹੋਏ। ਵੱਡੀ ਗਿਣਤੀ ਕਿਸਾਨਾਂ ਨੇ ਚੋਣਾਂ ਦਾ ਰੁਖ ਕੀਤਾ ਸੀ, ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਹੋਣ, ਚਾਹੇ ਉਹਨਾਂ ਦੀ ਬਾਕੀ ਟੀਮ ਹੋਵੇ। ਤਾਂ ਅਜਿਹੇ ਦੇ ਵਿੱਚ ਹੁਣ ਦੇਖਦੇ ਆ ਕਿ ਅੱਜ ਦਾ ਇੱਕ ਕਿਸਾਨ ਪ੍ਰੋਟੈਸਟ ਕਿਸ ਹੱਦ ਤੱਕ ਸਫਲ ਹੁੰਦਾ ਔਰ ਕਿੰਨੀ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਆਉਂਦੇ ਨੇ, ਕਿਸ ਤਰ੍ਹਾਂ ਚੰਡੀਗੜ੍ਹ ਵੱਲ ਕੂਚ ਕਰਦੇ ਨੇ। ਕਿਉਂਕਿ ਸਾਫ਼ ਕਰ ਦਿੱਤਾ ਗਿਆ ਕਿ ਚੰਡੀਗੜ੍ਹ ਵੱਲ ਕੂਚ ਤਾਂ ਕਰਨ ਨਹੀਂ ਦਿੱਤਾ ਜਾਏਗਾ, ਇੱਥੇ ਰੋਕ ਦਿੱਤਾ ਜਾਏਗਾ। ਔਰ ਇੱਕ 5 ਮੈਂਬਰੀ ਜਿਹੜੀ ਟੀਮ ਹੈ ਜਾਂ 5 ਮੈਂਬਰੀ ਵਫਦ ਉਹ ਜਾ ਸਕਦਾ ਹੈ। ਜੀ ਨਪਿੰਦਰ, ਬਿਲਕੁਲ 5 ਮੈਂਬਰੀ ਟੀਮ ਨੂੰ ਜਾਣ ਦੀ ਇਜਾਜ਼ਤ ਹੋਈ, ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਬੈਰੀਕੇਡਿੰਗ ਟ੍ਰਿਪਲ ਲੇਅਰ ਹੈਗੀ ਹੈ ਤੇ ਨਪਿੰਦਰ ਤਸਵੀਰਾਂ ਦਿਖਾ ਰਹੇ ਨੇ ਤੇ ਨਪਿੰਦਰ ਦੇ ਨਾਲ ਪੰਕਜ ਵੀ ਮੇਰੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਜੁੜ ਰਹੇ ਨੇ। ਪੰਕਜ, ਕੀ ਅਪਡੇਟ ਤੁਹਾਡੇ ਕੋਲ, ਕੀ ਤਸਵੀਰ ਤੁਹਾਡੇ ਕੋਲ?
ਦੇਖੋ ਇਸ ਵੇਲੇ ਹਮ ਸਾਹਿਬ ਗੁਰਦੁਆਰੇ ਦੇ ਕੋਲ ਕਿਸਾਨ ਜਿਹੜੇ ਨੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਔਰ ਇੱਥੋਂ ਦੀ ਮਾਰਚ ਕੱਢਣਗੇ। ਇੱਥੋਂ ਦੀ ਟਰੈਕਟਰ ਮਾਰਚ ਜਿਹੜਾ ਵਾ ਉਹ ਗਵਰਨਰ ਹਾਊਸ ਪੰਜਾਬ ਅਤੇ ਹਰਿਆਣਾ ਵਾਲੇ ਪਾਸੇ ਇਹ ਕਿਸਾਨ ਜਿਹੜੇ ਨੇ ਕੱਢਦੇ ਹੋਏ ਨਜ਼ਰ ਆਉਣਗੇ। ਮੈਮੋਰੰਡਮ ਜਿਹੜਾ ਵਾ ਉਹ ਕਿਸਾਨਾਂ ਵੱਲੋਂ ਦਿੱਤਾ ਜਾਏਗਾ। BBM ਵੀ ਇੱਕ ਮਸਲਾ ਵਾ ਔਰ ਤਸਵੀਰਾਂ ਮੈਂ ਜ਼ਰੂਰ ਦਿਖਾਣਾ ਚਾਹੂੰਗਾ ਕਿ ਇਸ ਵੇਲੇ ਜਿਹੜਾ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਹੈ। ਆਮ ਸਾਹਿਬ ਗੁਰੂ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਕਿਸ ਤਰੀਕੇ ਦੇ ਨਾਲ ਟੈਂਟ ਲੱਗ ਚੁੱਕੇ ਨੇ ਔਰ ਇੱਥੇ ਕਿਸਾਨ ਜਿਹੜੇ ਨੇ ਉਹ ਵੱਡੀ ਤਾਦਾਦ ਦੇ ਵਿੱਚ ਜੁਟਣੇ ਸ਼ੁਰੂ ਹੋ ਚੁੱਕੇ ਨੇ। ਤਾਂ ਇਹ ਤਸਵੀਰਾਂ ਨੇ ਆਮ ਸਾਹਿਬ ਗੁਰੂ ਘਰ ਦੇ ਬਾਹਰ ਦੀਆਂ, ਕਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਇਕੱਠੇ ਹੋ ਰਹੇ ਨੇ ਔਰ ਇੱਥੋਂ ਦੀ ਮਾਰਚ ਜਿਹੜਾ ਵਾ ਉਹ ਕੱਢਿਆ ਜਾਏਗਾ। ਹਾਲਾਂਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ 8 ਤੋਂ 10 ਲੀਡਰਾਂ ਨੂੰ ਜਿਹੜਾ ਵਾ ਉਹ ਗਵਰਨਰ ਸਾਹਿਬ ਦੇ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਚਾਹੁੰਦੇ ਨੇ ਕਿ ਘੱਟੋ ਘੱਟ 40 ਲੀਡਰ ਜਿਹੜੇ ਨੇ, 40 ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਨੇ ਉਹ ਗਵਰਨਰ ਦੇ ਨਾਲ ਮੁਲਾਕਾਤ ਕਰਨ। ਤਾਂ ਇੱਥੇ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਕਿੱਥੋਂ ਤੁਸੀਂ ਆਏ ਹੋ ਔਰ ਅੱਜ ਦੇ ਦਿਨ ਦਾ ਧਰਨਾ ਹੈ ਜਾਂ ਇਹ ਧਰਨਾ ਅੱਗੇ ਵੀ ਚੱਲੇਗਾ? ਨਹੀਂ, ਹਾਲੇ ਫਿਲਹਾਲ ਤਾਂ ਅੱਜ ਇੱਕ ਦਿਨ ਵਾਸਤੇ ਹੀ ਆਏ ਆ ਜੀ। ਇਹ ਜਿਹੜਾ ਮੰਗ ਪੱਤਰ ਦੇਣਾ ਨਾ ਉਹਦੇ ਵਾਸਤੇ ਆਏ ਆ। ਤੇ ਕਿਹੜੀ ਥਾਂ ਤੋਂ ਆਏ ਤੁਸੀਂ? ਅਸੀਂ ਪਟਿਆਲੇ ਤੋਂ ਆਏ ਆ ਜੀ, ਜ਼ਿਲ੍ਹੇ ਪਟਿਆਲੇ ਤੋਂ। ਤਾਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਫਿਰ ਵਾਪਸ ਚਲੇ ਜਾਓ? ਹਾਂਜੀ, ਅਸੀਂ ਤਾਂ ਅੱਜ ਵਾਪਸ ਚਲੇ ਜਾਣਾ। ਲੇਕਿਨ ਜਿਹੜਾ ਧਰਨਾ ਜਿਹੜਾ ਚੱਲ ਰਿਹਾ ਉਰੇ ਉਹਦੇ 'ਚ ਕੁਝ ਲੋਕ ਰੁਕਣਗੇ ਵੀ। ਹੋਰ ਨੌਜਵਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਤੁਸੀਂ ਕਿੱਥੋਂ ਆਏ ਹੋ ਔਰ ਕੀ ਕੁਝ ਡਿਮਾਂਡ ਜਿਹੜੀਆਂ ਨੇ ਉਹ ਰਹਿ ਰਹੀਆਂ? ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ ਜੀ। ਮੇਰਾ ਨਾਮ ਜਗਜੀਵਨਜੋਤ ਸਿੰਘ ਆ ਤੇ ਅਸੀਂ ਉਰੇ ਸਾਡੇ ਕਈ ਬਜ਼ੁਰਗ ਬੈਠੇ ਨੇ। ਪਹਿਲਾਂ ਧਰਨਾ ਚੱਲ ਰਿਹਾ ਕਿਸਾਨੀ ਧਰਨੇ ਵਿੱਚ, ਉਰੇ ਆਪਾਂ ਬੈਠੇ ਹਾਂ। ਜਿਹੜੀ ਸਾਡੀ ਸਿੱਖ ਇਤਿਹਾਸ ਨਾਲ ਛੇੜਛਾੜ ਹੋਈ ਆ, ਕੁਝ ਮੋਦੀ ਸਰਕਾਰ ਵੱਲੋਂ ਸਾਡੀਆਂ ਮੰਗਾਂ ਅਧੂਰੀਆਂ ਨੇ, ਜਿਹਦੇ ਵਿੱਚ MSP ਅਸੀਂ ਕਹਿ ਰਹੇ ਹਾਂ ਵੀ ਸਾਨੂੰ ਸਹੀ ਮਿਲੇ, ਜਾਂ ਹੋਰ ਅਸੀਂ ਆਪਣੇ ਪਿੰਡ ਵੱਲੋਂ ਜੀ ਪੂਰਾ ਆਪਣਾ ਸਮਾਨ ਲੈ ਕੇ ਆਏ ਇੱਕ ਹਫ਼ਤੇ ਦਾ ਉਰੇ। ਅਸੀਂ ਜੇ ਆਪਣਾ ਕਈ ਬੰਦੇ ਗਵਰਨਰ ਸਾਹਿਬ ਨੂੰ ਚਿੱਠੀ ਲਿਖ ਕੇ ਮੁੜਨਗੇ ਤਾਂ ਅਸੀਂ ਆਪ ਨੂੰ ਰਹਾਂਗੇ। ਹੁਣ ਅਸੀਂ ਸਾਦੇ ਇੱਕ ਹਫ਼ਤੇ ਤਸਵੀਰਾਂ ਵੀ ਮੈਂ ਦਿਖਾਣਾ ਚਾਹੂੰਗਾ ਗਗਨ ਕਿ ਟਰੈਕਟਰ ਵੀ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਟਰੈਕਟਰ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਔਰ ਝੰਡੇ ਜਿਹੜੇ ਨੇ ਉਹ ਕਿਸਾਨੀ ਦੇ ਲੱਗੇ ਹੋਏ ਨੇ। ਔਰ ਇਸ ਵੇਲੇ ਥੋੜੀ ਦੇਰ ਬਾਅਦ, ਕਿਉਂਕਿ ਰਾਕੇਸ਼ ਟਕੈਤ ਔਰ ਨਾਲ ਹੀ ਨਾਲ ਲੱਖੋਵਾਲ, ਦਰਸ਼ਨਪਾਲ, ਇਹ ਸਾਰੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਆ, ਪ੍ਰਦਰਸ਼ਨ ਦੀ ਅਗਵਾਈ ਕਰ ਰਹੇ। ਇੱਕ ਦਿਨ ਦਾ ਧਰਨਾ ਵਾ ਔਰ ਗਿਆਪਨ ਦੇਣਾ ਵਾ ਗਵਰਨਰ ਸਾਹਿਬ ਹੋਰਾਂ ਨੂੰ। ਲੇਕਿਨ ਉਸ ਤੋਂ ਪਹਿਲਾਂ ਇਹ ਆਮ ਸਾਹਿਬ ਗੁਰੂ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਜਿੱਥੇ ਵੱਡੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਜੁਟਣੇ ਸ਼ੁਰੂ ਹੋ ਚੁੱਕੇ ਨੇ। ਪੰਜਾਬ ਭਰ ਤੋਂ, ਹਰਿਆਣਾ ਭਰ ਤੋਂ ਕਿਸਾਨ ਜਿਹੜੇ ਨੇ ਉਹ ਆ ਰਹੇ ਨੇ। ਗਗਨ, ਪੰਕਜ, ਸਵਾਲ ਇਹ ਉੱਠ ਰਿਹਾ ਕਿ ਜਿਹੜੇ ਕਿਸਾਨ ਉੱਥੇ ਪਹੁੰਚ ਰਹੇ ਨੇ ਉਹਨਾਂ ਦੀ ਗਿਣਤੀ ਉਨੀ ਨਹੀਂ ਹੈਗੀ ਜਿੰਨੀ ਐਕਸਪੈਕਟਡ ਸੀਗੀ, ਜਿੰਨੀ ਆਸ ਸੀਗੀ। ਔਰ ਇਸੇ ਕਰਕੇ 11 ਵਜੇ ਦਾ ਟਾਈਮ ਜਿਹੜਾ ਸੀਗਾ 11:30 ਤੋਂ ਉੱਪਰ ਹੁਣ ਟਾਈਮ ਹੋ ਚੁੱਕਿਆ ਹੈ, ਇਸ ਕਰਕੇ ਡਿਲੇ ਹੋ ਰਿਹਾ ਹੈ। ਦੇਖੋ, ਅੱਗੇ ਜਿਹੜਾ ਦਿੱਲੀ ਅੰਦੋਲਨ ਸੀਗਾ ਉਹ ਪੰਜਾਬ ਦੀਆਂ 32 ਜਥੇਬੰਦੀਆਂ ਸੀਗੀਆਂ। ਲੇਕਿਨ ਹੁਣ ਬਹੁਤ ਸਾਰੀਆਂ ਅਜਿਹੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਚੋਣ ਲੜੀ ਔਰ ਜਿਹੜੀ ਜਥੇਬੰਦੀਆਂ ਨੇ ਚੋਣ ਲੜੀ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਖਾ ਦਿੱਤਾ ਗਿਆ। ਅੱਜ ਰਾਕੇਸ਼ ਟਕੈਤ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ, ਲੱਖੋਵਾਲ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ। ਉਹ ਕਹਿ ਰਹੇ ਸੀ ਜੇ ਲਿਖਤੀ ਤੌਰ ਤੇ ਉਹ ਜਥੇਬੰਦੀਆਂ ਕਹਿ ਦਿੰਦੀਆਂ ਨੇ ਕਿ ਅਸੀਂ ਚੋਣ ਨਹੀਂ ਲੜਾਂਗੇ ਤਾਂ ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਅਗਰ ਉਹ ਜਥੇਬੰਦੀਆਂ ਵੀ ਸ਼ਾਮਲ ਹੋ ਜਾਂਦੀਆਂ ਨੇ ਤਾਂ ਫਿਰ ਤਾਦਾਦ ਵਧੇਗੀ। ਜਦੋਂ ਜਥੇਬੰਦੀਆਂ ਘਟਦੀਆਂ ਨੇ ਤਾਂ ਫਿਰ ਉਸ ਤਰੀਕੇ ਦੀ ਤਾਦਾਦ ਨਹੀਂ ਵੱਧਦੀ। ਔਰ ਜਿਹੜਾ ਦਿੱਲੀ ਅੰਦੋਲਨ ਸੀਗਾ, ਦਿੱਲੀ ਅੰਦੋਲਨ ਦੇ ਵਿੱਚ ਭਾਵਨਾਵਾਂ ਜੁੜੀਆਂ ਹੋਈਆਂ ਸੀਗੀਆਂ, ਆਮ ਲੋਕ ਜੁੜੇ ਹੋਏ ਸੀਗੇ ਔਰ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਸੀਗੀ। ਔਰ ਉਹ ਵੀ ਮੋਮੈਂਟੋ ਜਿਹੜਾ ਵਾ ਉਹ ਸਿੱਧਾ ਨਹੀਂ ਬਣਿਆ ਸੀ। ਉਹ ਪਹਿਲਾਂ 2-3 ਮਹੀਨੇ ਪੰਜਾਬ 'ਚ ਇੱਕ ਲਹਿਰ ਚੱਲੀ, ਉਸ ਤਰੀਕੇ ਨਾਲ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਚੱਲੇ ਔਰ ਉਸ ਤਰੀਕੇ ਦਾ ਮੋਮੈਂਟੋ ਬੰਦਾ ਹੋਇਆ ਨਜ਼ਰ ਆਇਆ। ਇਹ ਕੋਲ ਜਿਹੜੀ ਲਿੱਤੀ ਗਈ ਇਹ ਕੁਝ ਜਥੇਬੰਦੀਆਂ ਵੱਲੋਂ ਲਿੱਤੀ ਗਈ, ਚਾਹੇ ਲੱਖੋਵਾਲ ਹੋਣ, ਰਾਕੇਸ਼ ਟਕੈਤ ਹੋਣ, ਜਾਂ ਫਿਰ ਦਰਸ਼ਨਪਾਲ ਹੋਣ, ਜਾਂ ਫਿਰ ਜਿਹੜੇ ਬਲਦੇਵ ਸਿਰਸਾ ਹੋਣ, ਉਹਨਾਂ ਵੱਲੋਂ ਇਹ ਕੋਲ ਲਿੱਤੀ ਗਈ। ਤਾਂ ਇਹ ਤਾਦਾਦ ਅੱਜ ਇਕੱਠ ਜਿਹੜਾ ਵਾ ਉਹ ਘੱਟ ਨਜ਼ਰ ਆ ਰਿਹਾ ਪਹਿਲਾਂ ਦੇ ਮੁਕਾਬਲੇ। ਲੇਕਿਨ ਹੌਲੀ ਹੌਲੀ ਕਿਸਾਨ ਜਿਹੜੇ ਨੇ ਉਹ ਪੰਜਾਬ ਭਰ ਤੋਂ ਪਹੁੰਚਣੇ ਸ਼ੁਰੂ ਹੋ ਗਏ ਨੇ। ਤਸਵੀਰਾਂ ਵੀ ਦਿਖਾ ਰਹੇ ਆ। ਲੇਕਿਨ ਜਿਸ ਤਰੀਕੇ ਦਾ ਪਹਿਲਾਂ ਰਿਸਪੌਂਸ ਮਿਲਿਆ ਸੀ ਉਸ ਤਰੀਕੇ ਦਾ ਅੱਜ ਫਿਲਹਾਲ ਰਿਸਪੌਂਸ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਔਰ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਜਿਹੜਾ 11 ਵਜੇ ਦਾ ਸਮਾਂ ਸੀਗਾ ਤਾਂ ਤਕਰੀਬਨ ਇਸ ਵੇਲੇ ਸਮਾਂ ਜਿਹੜਾ ਵਾ ਉਹ 11:30 ਤੋਂ ਉੱਪਰ ਹੋ ਚੁੱਕਿਆ। ਤਾਂ ਕਿਸਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਟਰੈਕਟਰ ਜਿਹੜੇ ਨੇ, ਕੁਝ ਟਰੈਕਟਰ ਗੁਰਦੁਆਰਾ ਸੁਹਾਣਾ ਸਾਹਿਬ ਵੀ ਪਹੁੰਚ ਰਹੇ ਨੇ। ਤਾਂ ਇੱਥੋਂ ਦੀ ਮਾਰਚ ਜਿਹੜਾ ਉਹ ਕੱਢਿਆ ਜਾਏਗਾ। ਔਰ ਜਿਸ ਤਰੀਕੇ ਨਾਲ ਮੇਰੇ ਸਹਿਯੋਗੀ ਵੀ ਤਸਵੀਰਾਂ ਦਿਖਾ ਰਹੇ ਸੀ ਕਿ ਸੁਰੱਖਿਆ ਦੇ ਵੀ ਇੰਤਜ਼ਾਮ ਪੁਖਤਾ ਨੇ, ਰੋਕਣ ਦੀ ਕੋਸ਼ਿਸ਼ ਇਹਨਾਂ ਜਥੇਬੰਦੀਆਂ ਨੂੰ ਕੀਤੀ ਜਾ ਰਹੀ ਹੈ। ਔਰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਉਹ ਵੀ ਜਥੇਬੰਦੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਕਿ ਉਹ ਸਿੱਧੇ ਤੌਰ ਤੇ ਇਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਟਰੈਕਟਰ ਨਾਲ ਜਾਣ।
ਇਸ ਦੀ ਬਜਾਏ ਕਿ ਇੱਕ ਬੱਸ ਦੇ ਵਿੱਚ ਕਿਸਾਨ ਲੀਡਰ ਜਿਹੜੇ ਨੇ ਉਹ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਔਰ ਇੱਕ ਮੈਮੋਰੈਂਡਮ ਜਿਹੜਾ ਵਾ ਬਿਲਕੁਲ ਮੂਵਮੈਂਟ ਕਿਵੇਂ ਕਰਾਈ ਜਾਵੇ ਇਸ ਨੂੰ ਲੈ ਕੇ ਪਲੈਨਿੰਗ ਚੱਲ ਰਹੀ ਹੈ। ਠੀਕ ਹੈ ਪੰਕਜ, ਨਪਿੰਦਰ ਦੇ ਕੋਲ ਅਸੀਂ ਇੱਕ ਵਾਰ ਚੱਲਦੇ ਹਾਂ। ਨਪਿੰਦਰ, ਜਿਸ ਤਰੀਕੇ ਦੀ ਤਿਆਰੀਆਂ ਨੇ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ, ਟ੍ਰਿਪਲ ਲੇਅਰ ਤੁਸੀਂ ਕਹਿ ਰਹੇ ਹੋ, ਬੈਰੀਕੇਟਿੰਗ ਹੈਗੀ ਹੈ, ਪੁਲਿਸ ਜਿਹੜੀ ਹੈਗੀ ਉਸਨੇ ਇੰਤਜ਼ਾਮ ਪੁਖਤਾ ਕੀਤੇ ਹੋਏ ਨੇ, ਤੇ ਨਪਿੰਦਰ ਇਸ ਸਿਨੈਰੀਓ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨਵੀਂ ਬਣੀ ਹੈ, ਜੇਕਰ ਕੋਈ ਵੀ ਸਖਤੀ ਹੁੰਦੀ ਹੈ ਔਰ ਜਿਸ ਤਰੀਕੇ ਦੀ ਤਿਆਰੀ ਨਜ਼ਰ ਆ ਰਹੀ ਹੈ ਉਹ ਸਖਤੀ ਵੱਲ ਇਸ਼ਾਰਾ ਵੀ ਕਰ ਰਹੀ ਹੈ, ਕਿ ਨਵੀਂ ਸਰਕਾਰ ਦਾ ਇਹ ਸਖਤੀ ਦਾ ਪਹਿਲਾ ਚੈਪਟਰ ਵੀ ਲਿਖਿਆ ਜਾ ਸਕਦਾ ਅੱਜ? ਬਣ ਜਾਂਦੀ ਆ, ਸਰਕਾਰ ਦੀ ਜ਼ਿੰਮੇਵਾਰੀ ਆ, ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਤਾਂ ਕਿਉਂਕਿ ਪੰਜਾਬ ਔਰ ਚੰਡੀਗੜ੍ਹ ਦਾ ਬੈਰੀਅਰ ਆ ਔਰ ਪੰਜਾਬ ਦੇ ਵਿੱਚੋਂ ਅਗਰ ਕਿਸਾਨ ਵੱਡੀ ਗਿਣਤੀ ਇਕੱਠੇ ਹੋ ਕੇ ਅੱਗੇ ਜਾਂਦੇ ਤਾਂ ਕਿਤੇ ਨਾ ਕਿਤੇ ਦੇਖੋ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਤੇ ਕਿਸੇ ਕਿਸਮ ਦੀ ਕੋਈ ਝੜਪ ਨਾ ਹੋਵੇ ਜਾਂ ਜਿਹੜਾ ਚੰਡੀਗੜ੍ਹ ਦੇ ਨਾਲ ਵੀ ਤਾਲਮੇਲ ਰੱਖਣਾ ਹੈਗਾ ਔਰ ਅਮਨ ਅਮਾਨ ਦੇ ਨਾਲ, ਕਿਉਂਕਿ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ, ਦੇਖੋ ਪ੍ਰੋਟੈਸਟ ਕਰਨ ਦੀ ਆਜ਼ਾਦੀ ਸਭ ਨੂੰ ਆ, ਤਾਂ ਪਰ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸ਼ਾਂਤਮਈ ਪ੍ਰੋਟੈਸਟ ਦੇ ਵਿੱਚ ਕਿਤੇ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਏ, ਕੋਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਹੋ ਜਾਵੇ, ਇਸ ਕਰਕੇ ਇੰਤਜ਼ਾਮ ਕਰਨੇ ਲਾਜ਼ਮੀ ਬਣ ਜਾਂਦੇ ਨੇ। ਔਰ ਦੂਜੇ ਪਾਸੇ ਜੋ ਚੰਡੀਗੜ੍ਹ ਵਾਲੇ ਪਾਸੇ ਦੇਖੋ, ਇਹ ਹੁਣ ਪੰਜਾਬ ਦੇ ਜਿਹੜਾ ਬੈਰੀਕੇਡ ਅਸੀਂ ਬਿਲਕੁਲ ਉੱਥੇ ਖੜੇ ਆ, ਇਸ ਦੇ ਅਗਲੇ ਪਾਸੇ ਜਿਹੜਾ ਚੰਡੀਗੜ੍ਹ ਨੇ ਇੱਕ ਹੋਰ ਬੜੀ ਮਜ਼ਬੂਤ ਲੇਅਰ ਦੀ ਜਿਹੜੀ ਹੈਗੀ ਬੈਰੀਕੇਡਿੰਗ ਕੀਤੀ ਹੋਈ ਆ। ਇਸ ਤੋਂ ਅੱਗੇ ਅਗਰ ਤੁਹਾਨੂੰ ਤਸਵੀਰਾਂ ਥੋੜੀ ਦੇਰ ਬਾਅਦ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਗਲੇ ਪਾਸੇ ਇੱਥੋਂ ਕਰੀਬ 100 ਮੀਟਰ ਅੱਗੇ ਜਾ ਕੇ, ਕਿਉਂਕਿ ਇਹ ਪੰਜਾਬ ਦਾ ਮੋਹਾਲੀ ਦਾ ਹੀ ਏਰੀਆ ਹੈਗਾ, ਇਸ ਤੋਂ ਅੱਗੇ ਕਰੀਬ 100 ਮੀਟਰ ਅੱਗੇ ਜਾ ਕੇ ਚੰਡੀਗੜ੍ਹ ਦੀ ਹੱਦ ਸ਼ੁਰੂ ਹੋ ਜਾਂਦੀ ਆ, ਤਾਂ ਉੱਥੇ ਚੰਡੀਗੜ੍ਹ ਪੁਲਿਸ ਨੇ ਇਸ ਤੋਂ ਵੀ ਕਈ ਗੁਣਾ ਮਜ਼ਬੂਤ ਜਿਹੜੀ ਉਹ ਬੈਰੀਕੇਡਿੰਗ ਜਿਹੜੀ ਕੀਤੀ ਹੋਈ ਹੈ, ਉੱਥੇ ਵੀ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਦੇਖੋ ਗੱਲ ਤੁਹਾਡੀ ਠੀਕ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਟੈਸਟ ਵੀ ਹੋ ਜਾਂਦਾ ਹੈ ਕਿ ਕਿਤੇ ਪੰਜਾਬ ਸਰਕਾਰ ਤੇ ਸਿੱਧਾ ਨਾ ਆ ਜਾਏ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਕਿਸਾਨਾਂ ਦੇ ਅੰਦੋਲਨ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਗਰ ਅਸੀਂ ਨਾਰਮਲੀ ਦੇਖੀਏ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਨੇ, ਕਿਉਂਕਿ ਜ਼ਿੰਮੇਵਾਰੀ ਬਣ ਜਾਂਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨਾ ਵਾਪਰੇ। ਪ੍ਰੋਟੈਸਟ ਸ਼ਾਂਤਮਈ ਕਰ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ, ਸ਼ਾਂਤਮਈ ਪ੍ਰੋਟੈਸਟ ਕਰਨ ਦੀ ਇਜਾਜ਼ਤ ਸਭ ਨੂੰ ਹੈ, ਸਭ ਨੂੰ ਹੱਕ ਹੈ, ਸੰਵਿਧਾਨ ਹੱਕ ਦਿੰਦਾ, ਪਰ ਉਹ ਪ੍ਰੋਟੈਸਟ ਦੇ ਵਿੱਚ ਕਿਸੇ ਕਿਸਮ ਦਾ ਕੋਈ ਐਸਾ ਮਾਹੌਲ ਪੈਦਾ ਨਾ ਹੋਵੇ, ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ, ਆਮ ਸ਼ਹਿਰੀਆਂ ਨੂੰ ਦਿੱਕਤ ਨਾ ਆਵੇ, ਕਿਉਂਕਿ ਦੇਖੋ ਟ੍ਰੈਫਿਕ ਵੀ ਲੰਘਣੀ ਹੈ, ਜਿਹੜਾ ਹੈਗਾ ਨੌਕਰੀ ਪੇਸ਼ਾ ਲੋਕਾਂ ਦੇ ਇਹ ਸ਼ਹਿਰ ਨੇ ਜ਼ਿਆਦਾਤਰ, ਉਹਨਾਂ ਨੇ ਆਵਾਜਾਈ ਵੀ ਜਿਹੜੀ ਚੱਲਣੀ ਹੈ, ਤੇ ਇਸ ਕਰਕੇ ਇੱਕ ਰੋਡ ਨੂੰ ਬਲੌਕ ਕਰਕੇ ਬਾਕੀ ਆਵਾਜਾਈ ਵੀ ਠੀਕ ਚੱਲ ਰਹੀ ਆ। ਔਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਤਾਂ ਕਿ ਕਿਸੇ ਕਿਸਮ ਦਾ ਕੋਈ ਨਾਰਮਲੀ ਦਿੱਕਤ ਪੇਸ਼ ਨਾ ਆਵੇ ਔਰ ਅਮਨ ਅਮਾਨ ਦੇ ਨਾਲ ਉਹ ਲੋਕ ਆਉਣ, ਕਿਸਾਨ ਆਉਣ ਔਰ ਇੱਥੇ ਲਿਆ ਕੇ ਉਹਨਾਂ ਨੂੰ ਰੋਕ ਕੇ, ਜਿਹੜੇ 5 ਮੈਂਬਰਾਂ ਦੀ ਗੱਲ ਹੋਈ ਆ ਕਿ 5 ਮੈਂਬਰ ਜਿਹੜੇ ਅੱਗੇ ਜਾ ਕੇ ਗਵਰਨਰ ਨੂੰ ਮਿਲਣਗੇ, ਆਪਣਾ ਮੰਗ ਪੱਤਰ ਜਿਹੜਾ ਉਹ ਕੇਂਦਰ ਦੇ ਨਾਮ ਤੇ ਦੇਣਗੇ, ਤਾਂ ਉਹ ਇਜਾਜ਼ਤ ਜਿਹੜੀ ਉਹਨਾਂ ਨੂੰ ਦਿੱਤੀ ਗਈ ਆ। ਔਰ ਉਹ ਹੁਣ ਦੇਖਦੇ ਆ ਕਿ ਕਿਸ ਤਰ੍ਹਾਂ ਇੱਥੇ ਕੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬਾਕੀ ਕਿਸਾਨ ਜਿਹੜੇ ਨੇ ਇੱਥੇ ਕੋਈ ਬੈਠ ਕੇ ਪ੍ਰੋਟੈਸਟ ਕਰਦੇ ਨੇ ਜਾਂ ਇੱਥੋਂ ਵਾਪਸ ਚਲੇ ਜਾਂਦੇ ਨੇ, ਜਾਂ ਫਿਰ ਜਿਹੜੇ 5 ਲੋਕ ਅੱਗੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਅਸੀਂ 40 ਲੋਕ ਅਸੀਂ ਅੱਗੇ ਜਾਵਾਂਗੇ, ਤਾਂ ਕੀ ਉਹਨਾਂ ਦੀ ਪੰਜਾਂ ਦੀ ਸਹਿਮਤੀ ਬਣਦੀ ਹੈ ਨਹੀਂ ਬਣਦੀ, ਉਹ ਚੀਜ਼ਾਂ ਅਸੀਂ ਅੱਗੇ ਜਾ ਕੇ ਪਤਾ ਲੱਗਣੀਆਂ। ਹਾਲੇ ਤਾਂ ਕਿਸਾਨ ਇਕੱਠੇ ਹੋ ਰਹੇ ਨੇ, ਬੇਸ਼ੱਕ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ 11 ਵਜੇ ਦਾ ਸਮਾਂ ਸੀ, ਪਰ ਹੁਣ 12 ਵਜਣ ਵਾਲੇ ਨੇ, ਤਾਂ ਲੱਗਦਾ ਹੈ ਕਿ 1 ਵੀ ਵੱਜ ਸਕਦਾ। ਤਾਂ ਦੇਖਦੇ ਆ ਕਿੰਨੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੁੰਦੇ ਨੇ, ਇਹ ਚੀਜ਼ਾਂ ਉੱਥੇ ਨਿਰਭਰ ਕਰਦੀਆਂ ਨੇ ਕਿੰਨੀ ਗਿਣਤੀ 'ਚ ਆਉਂਦੇ ਨੇ, ਕਿਸ ਮਾਹੌਲ ਦੇ ਵਿੱਚ ਆਉਂਦੇ ਨੇ, ਕਿੰਨੇ ਕੁ ਟਰੈਕਟਰ ਆਉਂਦੇ ਨੇ, ਔਰ ਇੱਥੇ ਆ ਕੇ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਰਹਿੰਦਾ ਹੈ, ਕਿ ਉਹ ਇੱਥੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਅਮਨ ਅਮਾਨ ਦੇ ਨਾਲ ਇੱਥੇ ਆ ਕੇ ਬੈਠ ਜਾਣਗੇ, 5 ਲੋਕ ਅੱਗੇ ਜਾਣਗੇ। ਉਹ ਸਾਰੀਆਂ ਚੀਜ਼ਾਂ ਹਾਲਾਤ ਤੇ ਡਿਪੈਂਡ ਕਰਦੀਆਂ ਨੇ, ਇਸੇ ਲਈ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਨੇ, ਕਿਉਂਕਿ ਪਤਾ ਨਹੀਂ ਹੁੰਦਾ ਕਿ ਕਈ ਵਾਰ ਮੌਕੇ ਤੇ ਹਾਲਾਤ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ। ਜਿਸ ਤਰ੍ਹਾਂ ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਕਿਵੇਂ ਬੈਰੀਕੇਡਿੰਗ ਟੁੱਟਦੀ ਗਈ ਤੇ ਦਿੱਲੀ ਤੱਕ ਕਿਸਾਨ ਜਾ ਕੇ ਬੈਠੇ ਸੀ, ਤਾਂ ਉਸ ਤਰ੍ਹਾਂ ਦਾ ਮਾਹੌਲ ਉਸ ਵੇਲੇ ਵੀ ਸ਼ਾਇਦ ਪੁਲਿਸ ਨੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਦੇ ਕਿ ਬੈਰੀਕੇਡ ਟੁੱਟ ਜਾਣਗੇ। ਅਕਸਰ ਇਦਾਂ ਹੁੰਦਾ ਸੀ ਕਿ ਬੈਰੀਕੇਡ ਲਾਇਆ ਜਾਂਦਾ ਸੀ, ਪ੍ਰੋਟੈਸਟ ਹੁੰਦਾ ਸੀ, ਰੁਕ ਜਾਂਦਾ ਸੀ ਤੇ ਲੋਕ ਵਾਪਸ ਚਲੇ ਜਾਂਦੇ ਸੀ ਪ੍ਰਦਰਸ਼ਨ ਕਰਕੇ। ਪਰ ਪਿਛਲੀ ਵਾਰ ਜੋ ਤਸਵੀਰਾਂ ਦੇਖਣ ਨੂੰ ਮਿਲੀਆਂ ਉਹ ਨਵੀਆਂ ਤਸਵੀਰਾਂ ਸੀ, ਇਸ ਕਰਕੇ ਸ਼ਾਇਦ ਪੁਲਿਸ ਆ ਜਿਹੜੀ ਉਹ ਇਹਨਾਂ ਚੀਜ਼ਾਂ ਨੂੰ ਹਲਕੇ ਦੇ ਵਿੱਚ ਨਹੀਂ ਲੈ ਰਹੀ, ਤਾਂ ਕਿ ਕਿਤੇ ਐਸਾ ਨਾ ਹੋਵੇ ਕਿ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਵਾਪਰੇ, ਕਿਉਂਕਿ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ ਕੋਸ਼ਿਸ਼ ਇਹੀ ਹੈ, ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਲਾਅ ਐਂਡ ਆਰਡਰ ਜਿਹੜਾ ਹੈਗਾ ਉਸ ਨੂੰ, ਲਾਅ ਐਂਡ ਆਰਡਰ ਨੂੰ ਸਥਾਪਿਤ ਕੀਤਾ ਜਾਵੇ, ਲਾਅ ਐਂਡ ਆਰਡਰ ਕਾਇਮ ਰੱਖਿਆ ਜਾਵੇ, ਪੁਲਿਸ ਵੀ ਆਪਣੀ ਡਿਊਟੀ ਜਿਹੜੀ ਹੈਗੀ ਨਿਭਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਨਪਿੰਦਰ, ਬਹੁਤ ਬਹੁਤ ਸ਼ੁਕਰੀਆ ਪੰਕਜ ਇਸ ਸਾਰੀ ਜਾਣਕਾਰੀ ਦੇ ਲਈ। ਸੋ ਕਿਸਾਨ ਅੰਦੋਲਨ ਦੀ ਤਿਆਰੀ ਵਿੱਚ ਨੇ, ਪਰ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਗਿਣਤੀ ਉਨੀ ਨਹੀਂ ਹੈਗੀ ਜਿਹੜੀ ਐਕਸਪੈਕਟਡ ਸੀਗੀ, ਇਸੇ ਕਰਕੇ ਜਿਹੜਾ ਮਾਰਚ 11 ਵਜੇ ਸ਼ੁਰੂ ਹੋਣਾ ਸੀਗਾ 11:30 ਤੋਂ ਬਾਅਦ ਵੀ ਉਹ ਮਾਰਚ ਸ਼ੁਰੂ ਨਹੀਂ ਹੋ ਸਕਿਆ। ਹਜੇ ਕਿਸਾਨ ਇਕੱਠੇ ਹੋ ਰਹੇ ਨੇ, ਜਿਹੜੀ ਰੈਲੀ ਜਿਹੜੀ ਹੈਗੀ ਹੈ ਗੁਰਦੁਆਰਾ ਆਮ ਸਾਹਿਬ ਦੇ ਨੇੜੇ, ਇਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਕਿਸਾਨ ਖੁੱਲੇ ਡੁੱਲੇ ਬੈਠੇ ਨੇ, ਪਰ ਸਵਾਲ ਇਹੀ ਹੈਗਾ ਕਿ ਐਕਸਪੈਕਟੇਸ਼ਨ ਦੇ ਮੁਤਾਬਿਕ ਨਹੀਂ ਪਹੁੰਚੇ, ਕਿਉਂਕਿ ਚੋਣਾਂ ਦੇ ਵਿੱਚ ਜਿਹੜੀ ਜਥੇਬੰਦੀਆਂ ਸ਼ਾਮਿਲ ਹੋਈਆਂ ਉਹ ਇਸ ਅੰਦੋਲਨ ਤੋਂ ਬਾਹਰ ਨੇ। ਕਿਸਾਨਾਂ ਦਾ ਟਰੈਕਟਰ ਮਾਰਚ ਹੁਣ ਕਿਸ ਰੁਖ ਨੂੰ ਅਖਤਿਆਰ ਕਰੇਗਾ, ਕਿਸ ਪਾਸੇ ਜਾਵੇਗਾ, ਕੀ ਕਿਸਾਨਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ
ਨਹੀਂ ਹੋਵੇਗੀ ਔਰ ਕਿੰਨੇ ਕਿਸਾਨ ਕੀ ਵਫਦ ਬਣ ਕੇ ਜਾਵੇਗਾ ਜਾਂ ਕਿਸਾਨ ਆਪਣੇ ਰਵੱਈਏ ਤੇ ਅੜੇ ਹੋਏ ਨਜ਼ਰ ਆਣਗੇ। ਇਹ ਸਾਰੀਆਂ ਗੱਲਾਂ ਨੇ ਜਿਹੜੀ ਆਉਣ ਵਾਲੇ 1 ਤੋਂ 2 ਘੰਟੇ ਦੇ ਵਿਚਾਲੇ ਜਿਹੜਾ ਹੈਗਾ ਸਪਸ਼ਟ ਹੋ ਜਾਵੇਗੀ ਸਥਿਤੀ। ਬਿਲਕੁਲ ਸਾਡੀ ਗਰਾਊਂਡ ਜ਼ੀਰੋ ਤੋਂ ਵੀ ਰਿਪੋਰਟ ਲਗਾਤਾਰ ਜਾਰੀ ਹੈ, ਅਸੀਂ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਲਗਾਤਾਰ ਇਹ ਵੀ ਦੱਸ ਰਹੇ ਸਾਡੇ ਸਹਿਯੋਗੀ ਗਰਾਊਂਡ ਤੇ ਮੌਜੂਦ ਨੇ, ਕਿਸਾਨ ਜਿੱਥੇ ਮੌਜੂਦ ਨੇ ਉੱਥੇ ਵੀ ਸਾਡੇ ਸਹਿਯੋਗੀ ਮੌਜੂਦ ਨੇ ਤੇ ਨਾਲ ਹੀ ਜਿੱਥੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਉੱਥੇ ਵੀ ਸਾਡੇ ਸਹਿਯੋਗੀ ਮੌਜੂਦ ਨੇ। ਹਾਲਾਂਕਿ ਕਿਸਾਨਾਂ ਦੇ ਆਗੂ ਹਜੇ ਪਹੁੰਚ ਰਹੇ ਨੇ ਮੰਚ ਦੇ ਵੱਲ ਤੇ ਕਿਸਾਨਾਂ ਦੇ ਆਗੂ ਕਿਸ ਤਰੀਕੇ ਦੀ ਹਿਦਾਇਤਾਂ ਦਿੰਦੇ ਨੇ ਜਾਂ ਕਿਸ ਤਰੀਕੇ ਅੰਦੋਲਨ ਨੂੰ ਅੱਗੇ ਚਲਾਉਂਦੇ ਨੇ, ਇਹ ਵੇਖਣ ਵਾਲੀ ਗੱਲ ਹੋਵੇਗੀ।